ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਕੇ ਯੂਰਪ ਦੇਸ਼ ਵਿਦੇਸ਼ ਸਿੱਖ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਦਾ ਅਸੀਂ ਤੁਹਾਡਾ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਬਹੁਤ ਹੀ ਨਿੱਘਾ ਸਵਾਗਤ ਕਰਦੇ ਹਾਂ ਜੀ। ਰੱਬ ਵਰਗੇ ਸਾਡੇ ਦਰਸ਼ਕ, ਅੱਜ ਪ੍ਰੋਗਰਾਮ ਤੁਹਾਡੇ ਵਾਸਤੇ ਅਸੀਂ ਸਰਬ ਉੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ, ਉਹਨਾਂ ਦੇ ਨਾਲ ਅਸੀਂ ਅੱਜ ਮੁਲਾਕਾਤ ਕਰ ਰਹੇ ਹਾਂ ਜੀ। ਤੇ ਉਹਨਾਂ ਦੇ ਨਾਲ ਅਸੀਂ ਪੰਥ ਦੇ ਮਸਲੇ ਜਿਹੜੇ ਨੇ, ਗੁਰਬਾਣੀ, ਧਰਮ, ਇਸ ਬਾਰੇ ਅਸੀਂ ਵਿਚਾਰਾਂ ਜ਼ਰੂਰ ਅੱਜ ਉਹਨਾਂ ਦੇ ਨਾਲ ਕਰਾਂਗੇ। ਸੋ ਆਓ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਅਸੀਂ ਫਤਿਹ ਦੀ ਸਾਂਝ ਪਾਈਏ ਜੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ, ਜਥੇਦਾਰ ਅਕਾਲ ਤਖਤ ਸਾਹਿਬ ਜੀ, ਆਪ ਜੀ ਦਾ ਅਸੀਂ ਬਹੁਤ ਹੀ ਸਿੱਖ ਚੈਨਲ ਤੇ ਨਿੱਘਾ ਸਵਾਗਤ ਕਰਦੇ ਹਾਂ ਤੇ ਆਪ ਜੀ ਨੂੰ ਅਸੀਂ ਜੀ ਆਇਆਂ ਵੀ ਕਹਿੰਦੇ ਹਾਂ। ਸਾਡੇ ਜਿਹੜੇ ਦਰਸ਼ਕ ਨੇ ਇਸ ਵੇਲੇ, ਵਿਊਵਰਸ ਨੇ ਸਾਡੇ ਵਰਲਡ ਲੈਵਲ ਤੇ ਸਿੱਖ ਚੈਨਲ ਦੇ, ਕਿਉਂਕਿ ਤੁਹਾਨੂੰ ਪਤਾ ਕਿ ਪਹਿਲਾ ਚੈਨਲ ਹੈ ਸਾਡਾ ਜਿਹੜਾ ਯੂਕੇ ਦੇ ਵਿੱਚ ਇਹ ਸ਼ੁਰੂ ਹੋਇਆ ਔਰ ਜਿਸ ਨੇ ਸਿੱਖੀ ਦਾ ਪ੍ਰਚਾਰ ਜਿਹੜਾ ਉਹ ਕੀਤਾ ਤੇ ਹੁਣ ਵੀ ਕਰ ਰਿਹਾ ਵਾ। ਤੇ ਪਿਛਲੇ 10 ਸਾਲਾਂ ਦੇ ਵਿੱਚ ਇਹਨ ਕਾਫੀ ਜਿਹੜੀਆਂ ਮੱਲਾਂ ਮਾਰੀਆਂ ਨੇ ਸਿੱਖੀ ਦੇ ਖੇਤਰ ਦੇ ਵਿੱਚ, ਤੇ ਹੁਣ ਵੀ ਜਿਹੜੇ ਆਉਣ ਵਾਲੇ 10 ਸਾਲ ਅਸੀਂ ਖਾਸ ਪ੍ਰੋਜੈਕਟ ਜਿਹੜੇ ਆ ਉਹ ਅਸੀਂ ਉਲੀਕੇ ਆ ਸਿੱਖ ਚੈਨਲ ਤੋਂ, ਕਿ ਜਿਸ ਦੇ ਨਾਲ ਜਿਹੜੀ ਸਿੱਖੀ ਆ ਸਾਡੀ, ਬੱਚੇ ਸਾਡੇ, ਖਾਸ ਕਰਕੇ ਬੱਚਿਆਂ ਦੇ ਵਾਸਤੇ, ਨੌਜਵਾਨਾਂ ਵਾਸਤੇ, ਸਾਡੀ ਜਨਰੇਸ਼ਨ ਵਾਸਤੇ ਅਸੀਂ ਬਹੁਤ ਜਿਹੜੇ ਪ੍ਰੋਗਰਾਮ ਹੈ ਇਸ ਤਰ੍ਹਾਂ ਦੇ ਲੈ ਕੇ ਆ ਰਹੇ ਹਾਂ ਇਹਨਾਂ ਅਗਲੇ 10 ਸਾਲਾਂ ਦੇ ਵਿੱਚ। ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਉਹ ਸ਼ੁਰੂ ਕਰੀਏ ਜੀ, ਆਰੰਭ ਕਰੀਏ ਇਸ ਗੱਲ ਤੋਂ ਹੀ ਕਿ ਅੱਜ ਸਭ ਤੋਂ ਪਹਿਲਾਂ ਜਿਹੜੀ ਲੋੜ ਆ ਸਾਨੂੰ, ਕਿਉਂਕਿ ਸਾਡਾ ਜਿਹੜਾ ਪੰਥ ਹੈ ਇਸ ਵੇਲੇ ਤਕਰੀਬਨ, ਚਲੋ ਆਪਾਂ ਇਹ ਨਹੀਂ ਕਿ ਵੀ ਖੇਰੂ ਨਹੀਂ ਆਪਾਂ ਕਹਿ ਸਕਦੇ, ਇਹ ਜ਼ਰੂਰ ਆਪਾਂ ਕਹਿ ਸਕਦੇ ਹਾਂ ਕਿ ਮਤਭੇਦ ਜਿਹੜੇ ਆ ਉਹ ਥੋੜੇ ਜ਼ਰੂਰ ਕੋਈ ਜਥੇਬੰਦੀਆਂ ਦੇ ਵਿੱਚ ਨੇ, ਪ੍ਰਚਾਰਕਾਂ ਦੇ ਵਿੱਚ ਨੇ, ਜਾਂ ਇਸ ਤਰ੍ਹਾਂ ਦੇ ਜਿਹੜੇ ਕਈ ਵਾਰੀ ਗੁਰਦੁਆਰੇ ਦੀਆਂ ਕਮੇਟੀਆਂ ਵਿੱਚ ਨੇ, ਜਾਂ ਇਸ ਤਰ੍ਹਾਂ ਦੇ ਹੋ ਜਾਂਦੇ ਨੇ। ਆਪਾਂ ਪੰਥ ਨੂੰ ਇੱਕ ਥਾਂ ਲਿਆਉਣ ਵਾਸਤੇ ਕਿਹੜੇ ਉਪਰਾਲੇ ਕਰੀਏ? ਸਭ ਤੋਂ ਜ਼ਰੂਰੀ ਤਾਂ ਇਹੋ ਹੀ ਹੈ ਕਿ ਮਤਭੇਦ ਜਿਹੜੇ ਆ ਇਹਨਾਂ ਤੋਂ ਉੱਪਰ ਉੱਠਣ ਦਾ ਯਤਨ ਕਰੀਏ। ਮਤਭੇਦ ਹੋਣੇ ਕੋਈ ਵੱਡੀ ਗੱਲ ਨਹੀਂ ਹੁੰਦੀ ਜੀ। ਪਰਿਵਾਰਾਂ 'ਚ ਵੀ ਹੁੰਦੇ ਆ ਜੀ, ਦੇਸ਼ 'ਚ ਵੀ ਹੁੰਦੇ ਆ ਜੀ, ਪਾਰਟੀਆਂ 'ਚ ਹੁੰਦੇ ਆ, ਧੜਿਆਂ 'ਚ ਹੁੰਦੇ ਆ ਜੀ, ਸੁਭਾਵਾਂ 'ਚ ਹੁੰਦੇ ਆ ਜੀ, ਪਰ ਮਨਭੇਦ ਨਹੀਂ ਹੋਣੇ ਚਾਹੀਦੇ ਜੀ। ਪ੍ਰੋਬਲਮ ਉਦੋਂ ਕ੍ਰੀਏਟ ਹੁੰਦੀ ਹੈ ਜਦੋਂ ਅਸੀਂ ਮਤਭੇਦ ਤੋਂ ਮਨਭੇਦ ਵੱਲ ਵੱਧ ਜਾਂਦੇ ਹਾਂ। ਜੀ, ਜਿੰਨੇ ਵੀ ਸਾਡੇ ਇਸ਼ੂ ਹੈ ਜੀ, ਕੰਟਰੋਵਰਸ਼ੀਅਲ ਹੈ ਜੀ, ਇਹਨਾਂ ਇਸ਼ੂਆਂ ਨੂੰ ਰਲ ਮਿਲ ਕੇ ਬੈਠ ਕੇ ਹੱਲ ਕਰਨ ਵੱਲ ਵਧਣਾ ਚਾਹੀਦਾ ਜੀ, ਕਿਉਂਕਿ ਬਹੁਤੇ ਜਿਹੜੇ ਇਸ਼ੂ ਹੈ ਉਹ ਵਿਦਵਾਨਾਂ ਨਾਲ ਹੀ ਸੰਬੰਧਿਤ ਹੈ। ਬਿਲਕੁਲ। ਤੇ ਵਿਦਵਾਨਾਂ ਨੂੰ ਹੀ ਇਸ ਦਾ ਹੱਲ ਜਿਹੜਾ ਹੈ ਉਹ ਕੱਢਣ ਵਾਸਤੇ ਇੱਕ ਮੰਚ ਤੇ ਇਕੱਠੇ ਕਰਨ ਦੀ ਲੋੜ ਹੈ। ਜੀ, ਜੀ। ਨਾ ਕਿ ਇਹਨਾਂ ਮੁੱਦਿਆਂ ਨੂੰ ਲੈ ਕੇ ਜਾਂ ਇਹਨਾਂ ਮਤਭੇਦਾਂ ਨੂੰ ਲੈ ਕੇ ਜਾਂ ਇਹਨਾਂ ਇਸ਼ੂਆਂ ਨੂੰ ਲੈ ਕੇ ਅਸੀਂ ਪਬਲਿਕ ਦੇ ਵਿੱਚ ਇੱਕ ਦੂਸਰੇ ਦੇ ਉੱਤੇ ਚਿੱਕੜ ਉਛਾਲੀ ਕਰੀਏ। ਜੀ। ਕਿਉਂਕਿ ਜਦੋਂ ਅਸੀਂ ਚਿੱਕੜ ਉਛਾਲੀ ਕਰਨ ਲੱਗ ਜਾਂਦੇ ਹਾਂ ਔਰ ਉਹ ਵੀ ਪਬਲਿਕ ਦੇ ਵਿੱਚ ਜਾਂ ਸਿੱਖ ਸੰਗਤ ਦੇ ਵਿੱਚ, ਤੇ ਉਹਦੇ ਨਾਲ ਮਤਭੇਦ ਹੋਰ ਗੰਭੀਰ ਹੁੰਦੇ ਆ। ਜੀ। ਮਤਭੇਦ ਲੜਾਈ ਦਾ ਰੂਪ ਵੀ ਅਖਤਿਆਰ ਕਰ ਸਕਦੇ ਜੀ। ਪਰ ਏਕਤਾ ਨੂੰ ਵੀ ਇਹ ਤਾਰੋ ਪੀੜ ਕਰਦੇ ਜੀ। ਤਾਂ ਬਸ ਇਹੋ ਹੀ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਬੈਠੀਏ, ਕਿਉਂਕਿ ਸਾਰਿਆਂ ਮਸਲਿਆਂ ਦਾ ਹੱਲ ਜਾਂ ਦੁਬਿਧਾ ਜਿਹੜੀ ਹੈ ਸਾਰੀ ਇਹਨੂੰ ਦੂਰ ਕਰਨ ਦਾ ਹੱਲ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਜੀ, ਉਹ ਇਹੋ ਹੀ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਜੀ, ਦੁਬਿਧਾ ਦੂਰ ਕਰੋ ਲੈਂਦਾ ਜੀ, ਕਿ ਅਸੀਂ ਇਕੱਠੇ ਹੋ ਕੇ ਬੈਠੀਏ, ਬਿਲਕੁਲ ਇੱਕ ਦੂਸਰੇ ਨਾਲ ਸੰਵਾਦ ਜਿਹੜਾ ਰਚਾਉਣ ਦੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਜੁਗਤ ਦੱਸੀ ਹੈ, ਉਸ ਜੁਗਤ ਦੀ ਤਾਰਨੀ ਬਣੀਏ ਜੀ। ਤੇ ਫਿਰ ਹੀ ਅਸੀਂ ਜਿਹੜਾ ਹੈ ਉਹ ਇਕੱਠੇ ਹੋ ਕੇ ਅਸੀਂ ਆਪਣੀਆਂ ਬਾਹਰੀਆਂ ਚੁਣੌਤੀਆਂ ਦਾ ਮੁਕਾਬਲਾ ਕਰ ਸਕਦੇ ਹਾਂ। ਬਿਲਕੁਲ ਜੀ, ਤੁਸੀਂ ਬੜੀ ਵਧੀਆ ਗੱਲ ਕਹੀ ਹੈ ਕਿ ਅਸੀਂ ਇਕੱਠੇ ਹੋ ਕੇ ਬੈਠ ਕੇ ਅਗਰ ਵਿਚਾਰਾਂ ਰਾਹੀਂ ਜੇ ਮਸਲਾ ਅਸੀਂ ਹੱਲ ਕਰ ਲਈਏ ਤੇ ਉਹਦਾ ਜਿਹੜਾ ਕਹਿੰਦੇ ਆਨੰਦ ਹੀ ਵੱਖਰਾ ਹੈਗਾ। ਤੇ ਜਦੋਂ ਅਸੀਂ ਕੋਈ ਵੀ ਆਪਾਂ ਬੈਠਣ ਵਾਸਤੇ ਆਪਾਂ ਬਹਿੰਦੇ ਹਾਂ, ਚਲੋ ਮਸਲਾ ਕੋਈ ਬਣੇ ਰਹਿੰਦੇ ਪੰਥ ਦੇ ਵਿੱਚ ਛੋਟੇ ਮਸਲੇ, ਜੇ ਆਪਾਂ ਪਿਛਲਾ ਇਤਿਹਾਸ ਵੀ ਆਪਣਾ ਵੇਖਦੇ ਹਾਂ ਤੇ ਦੁਬਿਧਾ ਕਈ ਪਈਆਂ ਰਹੀਆਂ, ਲੇਕਿਨ ਉਹਨਾਂ ਨੂੰ ਬੜੇ ਹੀ ਤਰੀਕੇ ਦੇ ਨਾਲ ਨਜਿੱਠ ਲਿਆ ਗਿਆ ਵਾ। ਅਗਲੀ ਗੱਲ ਆਪਾਂ ਇਹ ਕਰਨੀ ਚਾਹੁੰਦੇ ਹਾਂ ਕਿ ਜਿਵੇਂ ਦੇਖੋ ਕੋਈ ਇਸ ਤਰ੍ਹਾਂ ਦਾ ਮਤਭੇਦ ਆ ਜਾਂਦਾ ਹੈ, ਜਾਂ ਪ੍ਰਚਾਰਕ ਵਿੱਚ ਆ ਜਾਂਦਾ ਹੈ, ਸੰਗਤ ਵਿੱਚ ਆ ਜਾਂਦਾ, ਜਾਂ ਕਿਸੇ ਵਿਦਵਾਨਾਂ 'ਚ ਆ ਜਾਂਦਾ ਹੈ, ਜਾਂ ਕੋਈ ਵੀ ਆ ਜਾਂਦਾ ਹੈ, ਤੇ ਉਹ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਕਰਦੇ ਨੇ
ਔਰ ਦੂਸਰੇ ਪਾਸੇ ਮਤਭੇਦ ਦੋਵੇਂ ਪਾਰਟੀਆਂ ਵਿੱਚ ਜੇਕਮਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼ ਕਰਦੇ ਨੇ ਔਰ ਸਿਧਾਂਤ ਉਹ ਵੀ ਫਾਲੋ ਕਰਦੇ ਨੇ, ਸਿਧਾਂਤ ਉਹ ਵੀ ਫਾਲੋ ਕਰਦੇ ਨੇ। ਚਲੋ ਮਤਭੇਦ ਤੁਸੀਂ ਕਿ ਗੱਲ ਬੜੀ ਸੁਣੀ ਕਿ ਮਨਭੇਦ ਆ ਜਾਂ ਮਤਭੇਦ ਆ, ਮਨਭੇਦ ਆ ਜਿਹੜੇ ਹੈਗਾ ਉਹ ਜਿਹੜੇ ਹੈਗੇ ਕਿਸੇ ਦੇ ਨਾਲ ਅਸੀਂ ਜ਼ਾਤੀ ਤੌਰ ਤੇ ਵੀ ਕਰ ਸਕਦੇ ਹਾਂ ਜਾਂ ਅਸੀਂ ਕਿਸੇ ਗੱਲ ਤੋਂ ਲੈ ਕੇ ਵੀ ਕਰ ਸਕਦੇ ਹਾਂ। ਜੇ ਸਿਧਾਂਤ ਸਾਡਾ ਇੱਕ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਪ੍ਰਿੰਸੀਪਲ ਇੱਕ ਆ ਔਰ ਸਾਡਾ ਮਕਸਦ ਹੈ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰੀਏ, ਤੇ ਫਿਰ ਉਹਦੇ ਵਾਸਤੇ ਸਾਨੂੰ ਕੀ ਉਪਰਾਲੇ ਜਿਹੜੇ ਉਹ ਕਰਨੇ ਪੈਣਗੇ? ਕੋਸ਼ਿਸ਼ ਇਹੀ ਹੈ ਕਿ ਅਸੀਂ ਸਾਰਿਆਂ ਨੂੰ ਇੱਕ ਮੰਚ ਦੇ ਉੱਤੇ ਬਿਠਾਉਣ ਦਾ ਯਤਨ ਕਰੀਏ ਜੀ, ਔਰ ਦੋ ਜੇ ਜਥੇਬੰਦੀਆਂ 'ਚ ਮਤਭੇਦ ਹੈ ਤੇ ਉਹਨਾਂ ਨੂੰ ਅਸੀਂ ਇੱਕ ਦੂਸਰੇ ਦੇ ਸਨਮੁਖ ਬਿਠਾਉਣ ਦਾ ਯਤਨ ਕਰੀਏ। ਬਿਲਕੁਲ ਭਾਈ ਗੱਲ ਕਰ ਲਓ, ਕੋਈ ਤੁਹਾਡੇ ਗਿਲੇ ਸ਼ਿਕਵੇ ਹੈ ਤੁਸੀਂ ਉਹਨਾਂ ਨੂੰ ਦੱਸ ਦਿਓ, ਉਹਨਾਂ ਦੇ ਗਿਲੇ ਸ਼ਿਕਵੇ ਜਿਹੜੇ ਤੁਹਾਨੂੰ ਦੱਸਦੇ ਨੇ ਜੀ, ਤੇ ਮਸਲੇ ਦਾ ਹੱਲ ਹੋ ਜਾਊਗਾ। ਜੀ ਲੜੋ ਨਾ। ਬਿਲਕੁਲ, ਤੁਸੀਂ ਜਦੋਂ ਲੜੋ ਨਾ ਗੱਲ ਕਹੀ ਹੈ ਕਿ ਜੇ ਅਸੀਂ ਤਾਕਤ ਆਪਣੀ ਸਾਡੀ ਤਾਕਤ ਹੈ ਤੇ ਅਸੀਂ ਉਹਨੂੰ ਵੰਡ ਦਈਏ ਤੇ ਉਹ ਤਾਕਤ ਘਟ ਜਾਏਗੀ। ਅਗਰ ਅਸੀਂ ਕੋਸ਼ਿਸ਼ ਕਰੀਏ ਜੇ ਵਿਦਵਾਨ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਹੈ, ਸਾਡੇ ਪੰਜੇ ਤਖਤ ਸਾਹਿਬਾਨ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਜਾਂ ਕੋਈ ਹੋਰ ਜਿਹੜੇ ਧਾਰਮਿਕ ਸਾਡੇ ਬੁੱਧੀਜੀਵੀ ਨੇ ਜਾਂ ਕੋਈ ਜਥੇਬੰਦੀਆਂ ਨੇ, ਅਸੀਂ ਉਹਨਾਂ ਦਾ ਜੇ ਇਕੱਠ ਕਰਕੇ ਅਕਾਲ ਤਖਤ ਸਾਹਿਬ ਤੇ ਅਸੀਂ ਬੈਠ ਕੇ ਉਹ ਮਤਭੇਦ ਸੁਲਝਾ ਲਈਏ ਤੇ ਉਹਦਾ ਸਾਨੂੰ ਕੀ ਅਸਰ ਦੇਖਣ ਨੂੰ ਮਿਲੇਗਾ? ਬਿਲਕੁਲ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਸਾਨੂੰ ਲੱਗਦਾ ਹੈ ਕਿ ਸਾਡੇ ਅੰਦਰ ਆ ਇਸ਼ੂ ਹੈ ਔਰ ਅਸੀਂ ਇਸ ਇਸ਼ੂ ਦੇ ਉੱਤੇ ਬਾਕੀਆਂ ਨਾਲੋਂ ਵੱਖਰੇ ਹਾਂ, ਸਹਿਮਤ ਨਹੀਂ ਹੈ, ਤਾਂ ਸਾਨੂੰ ਉਹਦਾ ਫਿਰ ਸਪਸ਼ਟੀਕਰਨ ਵੀ ਜਿਹੜਾ ਹੈਗਾ ਉਹ ਦੇਣਾ ਚਾਹੀਦਾ ਜੀ ਕਿ ਅਸੀਂ ਕਿਉਂ ਨਹੀਂ ਸਹਿਮਤ ਜੀ, ਕੀ ਕਾਰਨ ਹੈ, ਅਸੀਂ ਕਿਉਂ ਨਹੀਂ ਇਹਨਾਂ ਗੱਲਾਂ ਨਾਲ ਸਹਿਮਤ ਜੀ। ਤੇ ਜਾਂ ਤਾਂ ਤੁਸੀਂ ਜਣਾ ਦਿਓ ਕਿ ਅਸੀਂ ਇਸ ਕਰਕੇ ਸਹਿਮਤ ਨਹੀਂ ਔਰ ਸਾਡਾ ਜਿਹੜਾ ਲੌਜਿਕ ਹੈ ਵਾਜਬ ਹੈ, ਤੇ ਜਾਂ ਫਿਰ ਤੁਸੀਂ ਮੰਨ ਲਓ ਕਿ ਬਈ ਸਾਡਾ ਸਹਿਮਤ ਹੋਣਾ ਬਈ ਠੀਕ ਹੈ, ਭੁਲੇਖਾ ਸੀ, ਅਸੀਂ ਸਹਿਮਤ ਹੋਣ ਲਈ ਤਿਆਰ ਹਾਂ। ਦੋਵੇਂ ਗੱਲਾਂ ਠੀਕ ਹੈ ਜੀ। ਗੁਰੂ ਨਾਨਕ ਸਾਹਿਬ ਨੇ ਜਦੋਂ ਉਦਾਸੀਆਂ ਕੀਤੀਆਂ ਨੇ, 4 ਉਦਾਸੀਆਂ ਕੀਤੀਆਂ ਨੇ, ਤੇ ਉਹਨਾਂ ਨੇ ਵੱਖਰੇ ਵੱਖਰੇ ਧਰਮਾਂ ਦੇ ਮੁਖੀਆਂ ਦੇ ਨਾਲ ਸੰਵਾਦ ਰਚਾਇਆ, ਡਾਇਲੌਗ ਕੀਤੀ ਹੈ। ਅੱਜ ਜਦੋਂ ਦੁਨੀਆ ਜਿਹੜੀ ਹੈਗੀ ਹੈ ਉਹ ਇੰਟਰ ਰਿਲੀਜੀਅਸ ਡਾਇਲੌਗਸ ਵੱਲ ਵੱਧ ਰਹੀ ਹੈ ਔਰ ਗੁਰੂ ਨਾਨਕ ਸਾਹਿਬ ਦੀ ਦੱਸੀ ਜੁਗਤ ਹੈ, ਅਸੀਂ ਇਸ ਨੂੰ ਤਲਾਂਜਲੀ ਦੇਈ ਜਾਂਦੇ ਹਾਂ। ਅਸੀਂ ਸੰਵਾਦ ਰਚਾਉਣ ਵਾਸਤੇ ਬੈਠਣ ਵਾਸਤੇ ਤਿਆਰ ਨਹੀਂ, ਅਸੀਂ ਕਹਿੰਦੇ ਅਸੀਂ ਬੈਠਣਾ ਹੀ ਨਹੀਂ ਹੈ ਜੀ। ਤੇ ਫਿਰ ਮਸਲੇ ਦਾ ਹੱਲ ਕਿਵੇਂ ਹੋਊਗਾ? ਮਸਲਾ ਨਜਿੱਠਿਆ ਕਿਵੇਂ ਜਾਊਗਾ? ਜੀ। ਜਾਂ ਇੱਕ ਧਿਰ ਕਵੇ ਕਿ ਮੈਂ ਨਹੀਂ ਬੈਠਣਾ ਜਾਂ ਦੂਜੀ ਧਿਰ ਕਵੇ ਕਿ ਮੈਂ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦੇ, ਅਸੀਂ ਅਕਾਲ ਤਖਤ ਸਾਹਿਬ ਤੇ ਬੈਠਣਾ ਹੀ ਨਹੀਂ ਹੈ। ਅਕਾਲ ਤਖਤ ਸਾਹਿਬ ਕੋਈ ਦੁਨਿਆਵੀ ਕੋਰਟ ਵਾਂਗੂ ਕੋਈ ਕੋਰਟ ਜਾਂ ਕੋਈ ਦੁਨਿਆਵੀ ਥਾਣੇ ਵਾਂਗੂ ਥਾਣਾ ਨਹੀਂ ਹੈ ਜੀ। ਉਹ ਸਾਡਾ ਬੜਾ ਮੁਕੱਦਸ ਪਵਿੱਤਰ ਸਥਾਨ ਹੈ ਜੀ। ਉੱਥੇ ਜਾਣ ਦੇ ਨਾਲ, ਉੱਥੇ ਬੈਠ ਕੇ ਗੱਲਬਾਤ ਕਰਨ ਦੇ ਨਾਲ ਡੈਫੀਨੇਟਲੀ ਬੰਦੇ ਦਾ ਕੱਦ ਛੋਟਾ ਨਹੀਂ ਹੁੰਦਾ, ਸਗੋਂ ਵੱਡਾ ਹੁੰਦਾ ਹੈ। ਵੱਡਾ ਹੁੰਦਾ ਹੈ। ਜਿਹੜਾ ਵੀ ਉੱਥੇ ਗਿਆ ਉਹਦਾ ਕੱਦ ਵੱਡਾ ਹੀ ਹੋਇਆ, ਛੋਟਾ ਕਦੇ ਨਹੀਂ ਹੋਇਆ। ਪਤਾ ਨਹੀਂ ਸਾਨੂੰ ਕਿਉਂ ਲੱਗਦਾ ਕਿ ਜੇ ਅਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਗੱਲਬਾਤ ਕਰਾਂਗੇ ਤੇ ਸਾਡਾ ਕੱਦ ਛੋਟਾ ਹੋ ਜਾਣਾ। ਤਾਂ ਇਸ ਕਿਸਮ ਦੀਆਂ ਗੱਲਾਂ ਵੀ ਜਿਹੜੀਆਂ ਉਹ ਜਿਹੜੇ ਮੁੱਦੇ ਆ ਉਹਨਾਂ ਨੂੰ ਹੋਰ ਹਵਾ ਦੇ ਰਹੀਆਂ ਨੇ ਔਰ ਮਤਭੇਦਾਂ ਨੂੰ ਵਧਾ ਰਹੀਆਂ। ਬੜੀ ਵਧੀਆ ਤੁਸੀਂ ਗੱਲ ਕੀਤੀ ਹੈ, ਜਿਵੇਂ ਕਿ ਅਕਾਲ ਤਖਤ ਸਾਹਿਬ ਤੇ ਸਾਡੇ ਸਾਰਿਆਂ ਲਈ ਸਰਵਉੱਚ ਆ। ਅਗਰ ਅਕਾਲ ਤਖਤ ਸਾਹਿਬ ਤੋਂ ਕੋਈ ਸਾਨੂੰ ਸੁਨੇਹਾ ਆਉਂਦਾ ਜਾਂ ਅਕਾਲ ਤਖਤ ਸਾਹਿਬ ਸਾਨੂੰ ਸਿੱਧੀ ਆਵਾਜ਼ ਮਾਰਦੇ ਆ ਜਾਂ ਕੋਈ ਸੁਨੇਹਾ ਵੀ ਦਿੰਦੇ ਆ ਤੇ ਸਾਨੂੰ ਉਹ ਖਿੜੇ ਮੱਥੇ ਪ੍ਰਵਾਨ ਕਰਕੇ ਨੀਵੇਂ ਹੋ ਕੇ ਨਿਮਰਤਾ ਵਿੱਚ ਰਹਿ ਕੇ ਜਾਣਾ ਜ਼ਰੂਰ ਚਾਹੀਦਾ। ਕਿਉਂ? ਕਿਉਂਕਿ ਇੱਕ ਹੋਰ ਵੀ ਬਾਣੀ ਵਿੱਚ ਹੈਗਾ, ਫਰੀਦਾ ਜੋਤ ਹੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ, ਆਪ ਨੇੜੇ ਕਰ ਜਾਈਏ ਪੈਰ ਤਿਨਾਂ ਦੇ ਚੁੰਮ। ਅਸੀਂ ਇੱਕ ਪਾਸੇ ਬਾਣੀ ਪੜ੍ਹਦੇ ਹਾਂ ਜੀ, ਤੇ ਬਾਣੀ ਫਿਰ ਸਾਡੇ ਤੇ ਕਿਉਂ ਨਹੀਂ ਲਾਗੂ ਹੁੰਦੀ? ਬਸ ਇਹੋ ਹੀ ਵਿਡੰਬਨਾ ਹੈ ਨਾ ਸਾਡੀ ਜੀ ਕਿ ਅਸੀਂ ਬਾਣੀ ਨੂੰ ਜਿਹੜਾ ਹੈਗਾ ਉਹ ਆਪਣੇ ਤੇ ਲਾਗੂ ਕਰਨ ਦਾ ਯਤਨ ਨਹੀਂ ਕਰਦੇ ਔਰ ਚਾਹੁੰਦੇ ਹਾਂ ਕਿ ਹੋਰਨਾਂ ਦੇ ਉੱਤੇ ਲਾਗੂ ਹੋਵੇ ਜੀ। ਇਹੋ ਹੀ ਸਮੱਸਿਆ ਪੈਦਾ ਕਰਦੀ ਗੱਲ ਜੀ। ਮਹਾਰਾਜ ਨੇ ਤਾਂ ਇਹ ਵੀ ਲਿਖਿਆ ਕਿ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਦਿੱਤੀ ਬਾਓ। ਨਿਮਰਤਾ ਜਿਹੜੀ ਹੈਗੀ ਆ ਸਾਡੇ ਵਿੱਚ ਬਿਲਕੁਲ ਆਉਣੀ ਚਾਹੀਦੀ ਹੈ ਜੀ। ਆਪਾਂ ਅਗਲੀ ਗੱਲ ਦੇ ਵੱਲ ਚੱਲੀਏ ਕਿ ਅੱਜ ਜਿਹੜਾ ਧਰਮ ਪ੍ਰਚਾਰ ਹੈ, ਧਰਮ ਪ੍ਰਚਾਰ ਆਪਾਂ ਦੇਖੀਏ ਕਿ ਪਿੰਡਾਂ ਦੇ ਵਿੱਚ ਡੇਰਾਵਾਦ ਜਿਹੜਾ ਹੈਗਾ ਉਹ ਜ਼ਿਆਦਾ ਖੁੱਲ ਰਿਹਾ ਵਾ ਇਸ ਵੇਲੇ, ਜਿਨ੍ਹਾਂ ਦਾ ਕਿ ਬੜਾ ਜ਼ਰੂਰੀ ਹੈ। ਇਸ ਗੱਲ ਤੇ ਜ਼ਰੂਰੀ ਹੈ ਕਿ ਜਿਹੜੇ ਉੱਥੇ ਪਿੰਡਾਂ ਦੇ ਲੋਕ ਰਹਿੰਦੇ ਨੇ ਜਾਂ ਜਿਹੜੇ ਬੱਚੇ ਨੇ ਸਾਡੇ ਛੋਟੇ ਛੋਟੇ ਬੱਚੇ ਜਾਂ ਜਨਰੇਸ਼ਨ ਹੈ ਸਾਡੇ ਜਿਹੜੇ ਯੰਗ ਹੈਗੀ ਆ, ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਸਿੱਖੀ ਦੇ ਨਾਲ ਜਾਂ ਇਸ ਮਾਰਗ ਦੇ ਨਾਲ ਅਸੀਂ ਜੋੜ ਸਕੀਏ?
ਪ੍ਰਚਾਰ ਪ੍ਰਸਾਰ ਦੇਖੀਏ ਤੇ ਪਿਛਲੇ ਸਮਿਆਂ ਦੇ ਨਾਲੋਂ ਅੱਜ ਬਹੁਤ ਜ਼ਿਆਦਾ ਹੋ ਰਿਹਾ। ਜੀ ਹਰ ਗੁਰਦੁਆਰਾ ਸਾਹਿਬਾਨ ਦੇ ਵਿੱਚ ਸਵੇਰੇ ਗੁਰਬਾਣੀ ਦੀ ਕਥਾ, ਸ਼ਾਮ ਨੂੰ ਇਤਿਹਾਸ ਦੀ ਕਥਾ, ਜੀ ਕਿੰਨੇ ਚੈਨਲ ਨੇ, ਸਿੱਖ ਚੈਨਲ ਹੈ, ਹੋਰ ਬਹੁਤ ਸਾਰੇ ਚੈਨਲ ਨੇ ਜੀ ਜਿਹੜੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ। ਜੀ ਪਦਾਰਥਵਾਦੀ ਜਿਹੜੀਆਂ ਰੁਚੀਆਂ ਜਿਹੜੀਆਂ ਨੇ ਉਹ ਸਾਡੇ ਮਨਾਂ ਦੇ ਉੱਤੇ ਇਸ ਕਦਰ ਹਾਵੀ ਹੋ ਗਈਆਂ ਕਿ ਉਸ ਪ੍ਰਚਾਰ ਪ੍ਰਸਾਰ ਜਿਹੜਾ ਹੋ ਰਿਹਾ ਹੈ ਉਹਦਾ ਜਿਹੜਾ ਪ੍ਰਭਾਵ ਹੈ ਉਹ ਬਾਉਣਾ ਪੈ ਰਿਹਾ ਜੀ। ਪਦਾਰਥਵਾਦੀ ਰੁਚੀਆਂ ਜਿਹੜੀਆਂ ਸਾਡੇ ਮਨਾਂ 'ਚ ਆ ਰਹੀਆਂ ਉਸ ਕਾਰਨ ਸਾਨੂੰ ਪ੍ਰਚਾਰ ਜਿਹੜਾ ਹੈ ਉਹ ਛੋਟਾ ਲੱਗਦਾ ਹੈ ਔਰ ਅਸਰ ਜਿਹੜਾ ਹੈ ਉਹ ਬਹੁਤ ਘੱਟ ਹੋ ਰਿਹਾ ਹੈ। ਦੂਸਰੀ ਗੱਲ ਕਿ ਪ੍ਰਚਾਰ ਪ੍ਰਸਾਰ ਐਸਾ ਹੋਣਾ ਚਾਹੀਦਾ ਹੈ, ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਜਿਹਦੇ ਨਾਲ ਸਿੱਖ ਸੰਗਤ ਦੇ ਅੰਦਰ ਗਿਆਨ ਆਵੇ ਗੁਰਬਾਣੀ ਦੇ ਪ੍ਰਤੀ, ਜੀ ਸ਼ਰਧਾ ਭਾਵ ਪੈਦਾ ਕਰੇ, ਜੀ ਵਿਸ਼ਵਾਸ ਪੈਦਾ ਕਰੇ ਗੁਰੂ ਦੇ ਪ੍ਰਤੀ। ਲੇਕਿਨ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਤਰੀਕਾ ਜਿਹੜਾ ਪ੍ਰਚਾਰ ਪ੍ਰਸਾਰ ਕਰਦਿਆਂ ਅਪਣਾਇਆ ਜਾ ਰਿਹਾ ਹੈ ਕਿ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਸ਼ਰਧਾ ਦੀ ਜਗ੍ਹਾ ਦੇ ਉੱਤੇ ਅੰਧ ਵਿਸ਼ਵਾਸ ਆ ਰਿਹਾ, ਜੀ ਗਿਆਨ ਦੀ ਜਗ੍ਹਾ ਦੇ ਉੱਤੇ ਸ਼ੰਕੇ ਆ ਰਹੇ। ਸ਼ੰਕੇ ਵੀ ਮਾੜੇ, ਅੰਧ ਵਿਸ਼ਵਾਸ ਜਿਹੜਾ ਉਹ ਵੀ ਮਾੜਾ ਹੈ। ਉਹ ਵੀ ਮਾੜਾ। ਅੰਧ ਵਿਸ਼ਵਾਸ ਪੈਦਾ ਕਰਨਾ ਲੋਕ ਮਨਾਂ ਦੇ ਅੰਦਰ, ਜੀ ਇਹ ਵੀ ਗਲਤ ਹੈ। ਜੀ ਔਰ ਸ਼ੰਕੇ ਪੈਦਾ ਕਰਨੇ ਇਹ ਵੀ ਗਲਤ ਹੈ। ਹੂੰ ਕੁਝ ਪ੍ਰਚਾਰਕ ਅੰਧ ਵਿਸ਼ਵਾਸ ਪੈਦਾ ਕਰ ਰਹੇ ਹੈ, ਕੁਝ ਪ੍ਰਚਾਰਕ ਸ਼ੰਕੇ ਪੈਦਾ ਕਰ ਰਹੇ ਹੈ। ਜੀ ਤਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ। ਸੋ ਤੁਸੀਂ ਇਹ ਕੱਲ੍ਹ ਤੱਕ ਸਭ ਤੋਂ ਇਹ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਅੰਧ ਵਿਸ਼ਵਾਸ ਹੈ ਜਾਂ ਸ਼ੰਕੇਵਾਦੀ ਜਿਹੜਾ ਉਹ ਸਾਨੂੰ ਪ੍ਰਚਾਰਕਾਂ ਨੂੰ ਵੀ ਨਹੀਂ ਪਾਉਣਾ ਚਾਹੀਦਾ, ਨਹੀਂ ਪਾਉਣਾ ਚਾਹੀਦਾ। ਹਰ ਗੱਲ ਨੂੰ ਨੱਪ ਤੁਲ ਕੇ ਜਿਹੜਾ ਉਹ ਬੋਲਣਾ ਚਾਹੀਦਾ ਹੈ। ਬਾਕੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਹੈ, ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਪ੍ਰਚਾਰ ਕਰਦੇ ਆ। ਵਿਅਕਤੀਗਤ ਹਮਲੇ ਜਿਹੜੇ ਹੈ ਇਹ ਵੀ ਸ਼ੋਭਨੀਕ ਨਹੀਂ ਹੈ। ਠੀਕ ਹੈ। ਜਾਂ ਪ੍ਰਚਾਰ ਕਰਦੇ ਆ, ਖੰਡਨ ਕਰਦੇ ਵਕਤ ਭਾਸ਼ਾ ਨੀਵੇਂ ਪੱਧਰ ਦੀ ਇਸਤੇਮਾਲ ਕਰਨੀ, ਜੀ ਉਹ ਵੀ ਸ਼ੋਭਨੀਕ ਨਹੀਂ ਹੈ। ਜੀ ਜੇ ਅਸੀਂ ਕਿਸੇ ਦੂਸਰੇ ਦੇ ਖਿਆਲ ਦਾ ਖੰਡਨ ਕਰਨਾ ਹੈ ਤੇ ਸਾਨੂੰ ਘੱਟੋ ਘੱਟ ਆਪਣੀ ਜਿਹੜੀ ਲੈਂਗੁਏਜ ਹੈ ਇਹ ਸੱਭਿਅਕ ਰੱਖਣੀ ਚਾਹੀਦੀ ਹੈ। ਜੀ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਵਿਚਾਰ ਉਹਨਾਂ ਦਾ ਹੈ ਇਹ ਗੁਰਮਤਿ ਅਨੁਸਾਰੀ ਨਹੀਂ ਹੈ, ਮੈਂ ਇਹਦਾ ਖੰਡਨ ਕਰਨਾ, ਤੇ ਖੰਡਨ ਕਰਦੇ ਵਕਤ ਆਪਣੀ ਭਾਸ਼ਾ ਜਿਹੜੀ ਹੈ ਉਹ ਸੰਕੋਚ ਕੇ ਇਸਤੇਮਾਲ ਕਰੋ, ਸੱਭਿਅਕ ਭਾਸ਼ਾ ਇਸਤੇਮਾਲ ਕਰੋ, ਸਤਿਕਾਰਤ ਭਾਸ਼ਾ ਇਸਤੇਮਾਲ ਕਰੋ। ਕੋਈ ਵੀ ਫੈਸਲਾ ਕਰਨ ਲੱਗਿਆਂ ਅਕਾਲ ਤਖਤ ਸਾਹਿਬ ਸਾਡੇ ਸਰਬ ਉੱਚ ਨੇ, ਚਾਹੇ ਕੋਈ ਵੀ ਜਥੇਬੰਦੀ ਆ, ਚਾਹੇ ਕੁਛ ਵੀ ਹੈ, ਹਰ ਇੱਕ ਸਿੱਖ ਵਾਸਤੇ ਅਕਾਲ ਤਖਤ ਬੜੇ ਸਰਬ ਉੱਚ ਨੇ। ਲੇਕਿਨ ਕੀ ਅਕਾਲ ਤਖਤ ਸਾਹਿਬ ਕਿਸੇ ਪੋਲਿਟਿਕਸ ਦੇ ਅੰਡਰ ਜਾਂ ਕੋਈ ਇਸ ਤਰ੍ਹਾਂ ਦਾ ਫੈਸਲਾ ਕੀਤਾ ਜਾਂ ਆਉਣ ਵਾਲੇ ਟਾਈਮ 'ਚ ਕਰ ਰਿਹਾ ਜਾਂ ਕਰੇਗਾ? ਮੇਰੇ ਕਾਰਜਕਾਲ ਦੌਰਾਨ ਤਾਂ ਇਸ ਤਰ੍ਹਾਂ ਦੇ ਕੋਈ ਪੋਲੀਟੀਕਲ ਪ੍ਰੈਸ਼ਰ ਵਾਲੀ ਗੱਲ ਜਿਹੜੀ ਮੈਨੂੰ ਨਜ਼ਰ ਨਹੀਂ ਆਈ। ਜੀ ਹੁਣ ਮੇਰੇ ਤੋਂ ਪਿਛਲੇ ਕਾਰਜਕਾਲ ਬਾਰੇ ਉਹੀ ਦੱਸ ਸਕਦੇ ਨੇ ਜਿਹੜੇ ਮੇਰੇ ਤੋਂ ਪਹਿਲਾਂ ਸੀ। ਜੀ ਪਰ ਮੈਂ ਤਾਂ ਆਪਣੇ ਕਾਰਜਕਾਲ ਦਾ ਜਿਹੜਾ ਜ਼ਿੰਮੇਵਾਰ ਹੈ ਕਿ ਮੇਰੇ ਤੇ ਇਸ ਤਰ੍ਹਾਂ ਦੀ ਕੋਈ ਕੋਈ ਪੋਲੀਟੀਕਲ ਦਬਾਅ ਨਹੀਂ ਹੈ। ਮੈਨੂੰ ਨਹੀਂ ਅੱਜ ਤੱਕ ਕਿਸੇ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ। ਕਿਉਂਕਿ ਜਿਵੇਂ ਪਿਛਲੇ ਕਾਰਜਕਾਲ ਦੇ ਵਿੱਚ ਇਹ ਵੀ ਹੋਇਆ, ਪਿਛਲੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੈਨੂੰ ਨਹੀਂ ਉਹਦੇ ਬਾਰੇ ਪਤਾ ਹੈ। ਪਿਛਲੇ ਕਾਰਜਕਾਲ ਦੀ ਆਪਾਂ ਜੇ ਗੱਲ ਕਰੀਏ ਤਾਂ ਜਿਵੇਂ ਹੁਣ ਇੱਕ ਲਿਖਤੀ ਕਾਗਜ਼ ਤੇ ਹੀ ਮਾਫੀ ਦੇਣੀ, ਕੀ ਲਿਖਤੀ ਕਾਗਜ਼ ਤੇ ਮਾਫੀ ਦਿੱਤੀ ਜਾਂਦੀ ਹੈ ਜਾਂ ਕਿ ਉਹ ਬੰਦਾ ਖੁਦ ਅਕਾਲ ਤਖਤ ਸਾਹਿਬ ਤੇ ਚੱਲ ਸਾਡੀ ਕੇ ਆਵੇ? ਜਿਹੜੀ ਪਰੰਪਰਾ ਹੈਗੀ ਹੈ, ਸਾਡੀ ਜਿਹੜੀ ਮਰਿਆਦਾ ਹੈਗੀ ਹੈ ਉਹ ਇਹੋ ਹੀ ਹੈ ਕਿ ਜੇ ਕਿਸੇ ਨੇ ਰਹਿਤ 'ਚ ਭੁੱਲ ਕੀਤੀ ਹੈ ਤੇ ਉਹ ਜੇ ਕੋਈ ਛੋਟੀ ਮੋਟੀ ਭੁੱਲ ਹੈ ਤੇ ਸਥਾਨਕ ਪੱਧਰ ਦੇ ਉੱਤੇ ਵੀ ਸੰਗਤ ਦੇ ਵਿੱਚੋਂ ਭੁੱਲ ਨੂੰ ਜਿਹੜੀ ਹੈ ਸਵੀਕਾਰ ਕਰਕੇ ਖਿਮਾ ਜਾਚਨਾ ਲੈ ਸਕਦਾ ਹੈ ਜੀ। ਪਰ ਜੇ ਕੋਈ ਵੱਡੀ ਭੁੱਲ ਹੈ ਤੇ ਉਸ ਨੂੰ ਸਾਡੀ ਜਿਹੜੀ ਪਰੰਪਰਾ ਹੈ ਜਾਂ ਸਾਡੀ ਮਰਿਆਦਾ ਉਹ ਇਹੋ ਕਹਿੰਦੀ ਹੈ ਕਿ ਖੁਦ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵੇ ਜੀ, ਪੇਸ਼ ਹੋ ਕੇ ਖਿਮਾ ਜਾਚਨਾ ਕਰੇ ਜੀ, ਤੇ ਫਿਰ ਉਹਦੀ ਖਿਮਾ ਜਾਚਨਾ ਨੂੰ ਵਿਚਾਰਿਆ ਜਾਵੇ, ਫਿਰ ਉਹਨੂੰ ਵਿਚਾਰਿਆ ਜਾਵੇ, ਫਿਰ ਕੋਈ ਫੈਸਲਾ ਲਿਆ ਜਾਵੇ। ਘਰੇ ਬੈਠ ਕੇ ਜਾਂ ਘਰੇ ਬੈਠੇ ਨੂੰ ਮਾਫੀ ਜਿਹੜੀ ਹੈ ਇਹ ਸਾਡੀ ਪਰੰਪਰਾ ਦਾ ਹਿੱਸਾ ਨਹੀਂ ਹੈ, ਸਾਡੀ ਮਰਿਆਦਾ ਦਾ ਹਿੱਸਾ ਨਹੀਂ ਹੈ ਜੀ। ਸਿੱਖ ਚੈਨਲ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਪਾਕਿਸਤਾਨ ਦੀ ਧਰਤੀ ਤੇ ਜਾ ਕੇ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਬੱਚਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੋੜਿਆ, ਗੁਰਬਾਣੀ ਨਾਲ ਜੋੜਿਆ, ਉਹਨਾਂ ਨੂੰ ਜਿਹੜੀ ਉੱਥੇ ਸੰਥਿਆ ਸ਼ੁਰੂ ਕੀਤੀ ਗਈ ਹੈ ਗੁਰਬਾਣੀ ਦੀ, ਔਰ ਬੱਚਿਆਂ ਦੇ ਵਿੱਚ ਬਹੁਤ ਹੀ ਉਤਸ਼ਾਹ ਹੈ। ਔਰ ਇੱਕ ਸਿੱਖ ਚੈਨਲ ਦਾ ਬਹੁਤ ਵੱਡਾ ਇਹ ਕੰਮ ਆ ਕਿ ਸਿੱਖੀ ਦਾ ਪ੍ਰਚਾਰ ਕਰਨਾ।
ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਸਾਨੂੰ ਇਸ ਜਿਹੜੇ ਉਪਰਾਲੇ ਸਿੱਖ ਚੈਨਲ ਦੇ ਵੱਲੋਂ ਇਹ ਕੀਤਾ ਗਿਆ ਸੰਥਿਆ ਦਾ, ਅਸੀਂ ਇਹਨੂੰ ਚਾਹੁੰਦੇ ਹਾਂ ਕਿ ਵਰਲਡ ਵਾਈਡ ਜਿਹੜਾ ਹੈਗਾ ਹੈ ਇਹਨੂੰ ਹੌਲੀ ਹੌਲੀ ਜੋ ਸੰਗਤਾਂ ਸਾਨੂੰ ਸਾਥ ਦੇਣ ਤੇ ਲਿਜਾਇਆ ਜਾਵੇ, ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਗੱਲ ਹੈ ਕਿ ਸਿੱਖ ਚੈਨਲ ਜਿਹੜਾ ਹੈਗਾ ਗੁਰਬਾਣੀ ਦੀ ਸ਼ੁੱਧਤਾ ਜਿਹੜੀ ਹੈ ਦੀ ਜਾਣਕਾਰੀ ਦੇਣ ਵਾਸਤੇ ਗੁਰਬਾਣੀ ਸੰਥਿਆ ਦੇ ਪ੍ਰੋਗਰਾਮ ਉਹ ਵੀ ਪਾਕਿਸਤਾਨ ਦੇ ਵਿੱਚ ਛੋਟੇ ਬੱਚਿਆਂ ਲਈ ਚਲਾ ਰਿਹਾ। ਬੜੀ ਵਧੀਆ ਗੱਲ ਹੈ ਔਰ ਇਹ ਪ੍ਰੋਗਰਾਮ ਵਰਲਡ ਵਾਈਡ ਵੀ ਹੋਣੇ ਚਾਹੀਦੇ ਹੈ। ਚੰਗਾ ਹੋਵੇ ਕਿ ਨਾਲ ਅਸੀਂ ਗੁਰਬਾਣੀ ਦੀ ਸ਼ੁੱਧ ਜਿਹੜੀ ਹੈ ਸੰਥਿਆ ਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਗੁਰਬਾਣੀ ਦੇ ਅਰਥ ਬੋਧ ਤੋਂ ਵੀ ਥੋੜਾ ਜਾਣੂ ਕਰਵਾਈਏ ਔਰ ਸਿੱਖ ਰਹਿਤ ਮਰਿਆਦਾ ਦੇ ਪ੍ਰਤੀ ਅਸੀਂ ਜਾਣੂ ਕਰਵਾਈਏ ਔਰ ਇਹਦੇ ਨਾਲ ਕਾਫੀ ਜਿਹੜਾ ਹੈ ਉਹ ਬੱਚਿਆਂ ਦੇ ਵਿੱਚ ਸਿੱਖੀ ਦੇ ਪ੍ਰਤੀ ਜਿਹੜਾ ਭਾਵਨਾ ਜਿਹੜੀ ਹੈ ਪੈਦਾ ਹੋਊਗੀ। ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਸਿੱਖ ਰਹਿਤ ਮਰਿਆਦਾ ਜਿਹੜੀ ਬਣੀ ਹੈ, ਕੀ ਤੁਸੀਂ ਆਪਣੇ ਤੌਰ ਤੇ ਸਮਝਦੇ ਹੋ ਕਿ ਉਹ ਵਿਦਵਾਨ ਜਾਂ ਬੁੱਧੀਜੀਵੀ ਜਾਂ ਜਥੇਬੰਦੀਆਂ ਜਾਂ ਕੋਈ ਸਰਬੱਤ ਖਾਲਸਾ ਬੁਲਾ ਕੇ ਉਹਦੇ ਵਿੱਚ ਕੋਈ ਸੋਧ ਕਰਨ ਦਾ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਹੈ? ਫਿਲਹਾਲ ਤਾਂ ਕੋਈ ਇਸ ਤਰ੍ਹਾਂ ਦਾ ਖਿਆਲ ਨਹੀਂ ਹੈ। ਜਿਹੜੀ ਸਿੱਖ ਰਹਿਤ ਮਰਿਆਦਾ ਸਾਡੀ ਹੈ ਇਹ ਸਾਡਾ ਜਿਹੜਾ ਹੈ ਪੰਥ ਦਾ ਕਾਮਨ ਮਿਨੀਮਮ ਪ੍ਰੋਗਰਾਮ ਹੈ ਜੀ। ਸਾਰੇ ਪੰਥ ਨੂੰ ਇਕਜੁੱਟ ਕਰਨ ਵਾਸਤੇ, ਇਕੱਠਿਆਂ ਕਰਨ ਵਾਸਤੇ ਕੌਮ ਦੇ ਵਿਦਵਾਨਾਂ ਨੇ, ਪੰਥ ਦੇ ਵਿਦਵਾਨਾਂ ਨੇ ਜਿਹੜਾ ਹੈਗਾ ਉਸ ਵਕਤ ਜਿਹੜਾ ਇਹਨੂੰ ਤਿਆਰ ਕੀਤਾ ਸੀ ਜੀ। ਅੱਜ ਵੀ ਜੇ ਕੋਈ ਧਿਰ ਮਹਿਸੂਸ ਕਰਦੀ ਹੈ ਕਿ ਇਹਦੇ 'ਚ ਇਹ ਚੀਜ਼ ਨਹੀਂ ਹੈ ਤੇ ਉਹਨੂੰ ਸਾਰੇ ਪੰਥ ਦੀ ਸਹਿਮਤੀ ਦੇ ਨਾਲ ਹੀ ਜਿਹੜਾ ਹੈ ਉਹਦੇ ਵਿੱਚੋਂ ਜਿਹੜਾ ਹੈਗਾ ਕੋਈ ਉਹ ਦਰੁਸਤੀ ਕੀਤੀ ਜਾ ਸਕਦੀ ਹੈ। ਕੱਲ ਤਖਤ ਦਾ ਜਥੇਦਾਰ ਜਾਂ ਪੰਜ ਤਖਤਾਂ ਦੇ ਜਥੇਦਾਰ ਜਾਂ ਕੁਝ ਜਿਹੜੀਆਂ ਧਿਰਾਂ ਨੇ ਉਹ ਅਮੈਂਡਮੈਂਟ ਦਾ ਅਧਿਕਾਰ ਨਹੀਂ ਰੱਖਦੀਆਂ। ਸਾਰਾ ਪੰਥ ਇਕੱਠਾ ਹੋ ਕੇ ਹੀ ਅਮੈਂਡਮੈਂਟ ਜਿਹੜਾ ਸੋਧ ਜਿਹੜੀ ਹੈ ਉਹਦੇ ਵਿੱਚ ਕਰਨ ਦੇ ਸક્ષਮ ਹੈ ਕਿਉਂਕਿ ਤਿਆਰ ਕੀਤੀ ਹੈ ਪੰਥ ਜੀ। ਬਿਲਕੁਲ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਛਲੇ ਸਮੇਂ ਦੇ ਦੌਰਾਨ ਕਾਫੀ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਹੈ ਔਰ ਇਹ ਜਿਹੜਾ ਵਿਸ਼ਾ ਕਾਫੀ ਭਖਿਆ ਹੋਇਆ ਇਸ ਵੇਲੇ ਵੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਬੇਅਦਬੀ ਹੁੰਦੀ ਹੈ ਇਹਦੇ ਵਿੱਚ ਇਨਸਾਫ ਲੈਣ ਵਾਸਤੇ ਜਾਂ ਜਿਹੜੇ ਬੇਅਦਬੀ ਕਰਨ ਵਾਲੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ ਤੁਸੀਂ ਇੱਕ ਬਚਨ ਇਹ ਗੱਲ ਕਿਹਾ ਕਿ ਮੇਰੇ ਕਾਰਜਕਾਲ ਦੇ ਦੌਰਾਨ ਮੈਂ ਪੋਲਿਟਿਕਸ ਦੇ ਅੰਡਰ ਨਹੀਂ ਕੋਈ ਵੀ ਕੰਮ ਕਰਨਾ। ਬੇਅਦਬੀ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਦਾ ਬਾਰੇ ਅਕਾਲ ਤਖਤ ਜਾਂ ਸ਼੍ਰੋਮਣੀ ਕਮੇਟੀ ਦਾ ਕੀ ਰੋਲ ਹੋਏਗਾ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਮੇਸ਼ਾ ਤੋਂ ਹੀ ਯਤਨਸ਼ੀਲ ਰਹੀ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਉਹ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਣੀਆਂ ਚਾਹੀਦੀਆਂ ਜੀ। ਸ੍ਰੀ ਅਕਾਲ ਤਖਤ ਸਾਹਿਬ ਤਾਂ ਛੱਡੋ, ਇੱਕ ਦੁਨੀਆ ਦੇ ਵਿੱਚ ਬੈਠਾ ਨਿਮਾਣਾ ਸਿੱਖ ਵੀ ਜਿਹੜਾ ਹੈ ਉਹ ਚਾਹੁੰਦਾ ਹੈਗਾ ਕਿ ਜਿਹੜੇ ਬੇਅਦਬੀ ਕਰਨ ਵਾਲੇ ਦੋਸ਼ੀ ਆ ਉਹ ਬੇਨਕਾਬ ਹੋਣੇ ਚਾਹੀਦੇ ਆ, ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹੈਗੀਆਂ ਤੇ ਦੋਸ਼ੀ ਆਇਡੈਂਟੀਫਾਈ ਹੋਣੇ ਚਾਹੀਦੇ ਆ ਜੀ। ਪਰ ਅਜੇ ਤੱਕ ਜਾਂਚਾਂ ਪੜਤਾਲਾਂ ਦੇ ਘੇਰਿਆਂ ਦੇ ਵਿੱਚ ਹੀ ਜਿਹੜਾ ਸਾਰਾ ਮਾਮਲਾ ਜਿਹੜਾ ਉਲਝਾਇਆ ਜਾ ਰਿਹਾ ਤੇ ਚਾਹੀਦਾ ਹੈ ਕਿ ਜਲਦ ਤੋਂ ਜਲਦ ਬੇਅਦਬੀ ਦੇ ਦੋਸ਼ੀ ਜਿਹੜੇ ਆ ਉਹਨਾਂ ਨੂੰ ਬੇਨਕਾਬ ਕੀਤਾ ਜਾਏ, ਪਬਲਿਕ ਦੇ ਸਿੱਖ ਸੰਗਤ ਦੇ ਸਨਮੁਖ ਕੀਤਾ ਜਾਏ ਕਿ ਆਹ ਲੋਕ ਨੇ, ਸਬੂਤ ਨੇ, ਇਹਨਾਂ ਨੇ ਬੇਅਦਬੀ ਕੀਤੀ ਹੈ ਤੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਮੈਂ ਤਾਂ ਸਮਝਦਾ ਕਿ ਫਾਹੇ ਲਾਉਣਾ ਚਾਹੀਦਾ ਜੀ। ਬਰਗਾੜੀ ਮੋਰਚਾ ਸ਼ੁਰੂ ਵੀ ਹੋਇਆ ਸੀ ਬੜੇ ਜੋਸ਼ ਦੇ ਨਾਲ, ਉਹ ਸਮਾਪਤ ਵੀ ਹੋ ਗਿਆ ਕਿ ਉਸ ਵੇਲੇ ਦੋਸ਼ੀਆਂ ਨੂੰ ਸਜ਼ਾ ਮਿਲ ਗਈ ਸੀ ਜਾਂ ਉਹ ਸਮਾਪਤ ਕਿਉਂ ਹੋਇਆ? ਕੋਈ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਕਿ ਉਹ ਮੋਰਚਾ ਜਿਹੜਾ ਹੈ ਲੱਗਿਆ ਕਿਵੇਂ ਸੀ, ਸਮਾਪਤ ਹੋ ਗਿਆ ਕਿਵੇਂ ਸਮਾਪਤ ਹੋ ਗਿਆ। ਇਹ ਤਾਂ ਉਹੀ ਤਰ੍ਹਾਂ ਦੱਸ ਸਕਦੀਆਂ ਨੇ ਜਿਹੜੀਆਂ ਮੋਰਚੇ ਦੇ ਨਾਲ ਸੰਬੰਧਿਤ ਰਹੀਆਂ ਨੇ, ਉਹੀ ਜ਼ਿਆਦਾ ਜਾਣਦੀਆਂ ਨੇ ਇਹਦੇ ਬਾਰੇ। ਆਪਾਂ ਗੁਰਬਾਣੀ ਦੀ ਗੱਲ ਕਰੀਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਜਿਹਦੇ ਵਿੱਚ ਜਿਹੜਾ ਵਿਆਕਰਨ ਦੇ ਪੁਆਇੰਟ ਜਿਹੜੇ ਹਨ ਜਾਂ ਸਿਹਾਰੀ ਜਾਂ ਔਂਕੜ ਹੈ ਜਾਂ ਕੋਈ ਹੋਰ ਉਦਾਤ ਚਿੰਨ੍ਹ ਨੇ, ਯਕਸ਼ ਚਿੰਨ੍ਹ ਨੇ ਜਾਂ ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਹੈਗੀਆਂ ਗੁਰਬਾਣੀ ਦੇ ਵਿੱਚ ਕਾਰਕ ਨੇ ਸਾਰੀਆਂ, ਕੀ ਸਾਨੂੰ ਉਹ ਬੁਲਾਉਣੇ ਚਾਹੀਦੇ ਆ ਕਿ ਜਾਂ ਕਿ ਸਾਨੂੰ ਉਹਨਾਂ ਦਾ ਮਤਲਬ ਸਮਝਣਾ ਚਾਹੀਦਾ? ਦੇਖੋ, ਗੁਰਬਾਣੀ ਜਿਹੜੀ ਵਿਆਕਰਨ ਹੈ, ਗੁਰਬਾਣੀ ਜਿਹੜੀ ਹੈ ਉਹ ਵਿਆਕਰਨ ਦੇ ਵਿੱਚ ਬੱਝੀ ਨਹੀਂ ਹੈ ਜੀ। ਵਿਆਕਰਨ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਗੁਰਬਾਣੀ ਦੀ ਇੱਕ ਭਾਸ਼ਾ ਹੈ ਜੀ ਔਰ ਹਰ ਭਾਸ਼ਾ ਦੀ ਵਿਆਕਰਨ ਹੁੰਦੀ ਹੈ, ਇਸ ਲਈ ਵਿਆਕਰਨ ਦੀ ਅਹਿਮੀਅਤ ਹੈ ਜੀ। ਵਰਨਾ ਜੋ ਤੁਰਕੀ ਬਾਣੀ ਹੈ ਉਹ ਹਰ ਤਰ੍ਹਾਂ ਦੇ ਵਿਆਕਰਨ, ਹਰ ਤਰ੍ਹਾਂ ਦੇ ਦਾਇਰੇ ਤੋਂ ਮੁਕਤ ਹੈ, ਦਾਇਰੇ ਤੋਂ ਰਹਿਤ ਹੈ ਜੀ। ਤੇ ਵਿਆਕਰਨ ਭਾਸ਼ਾ ਗੁਰਬਾਣੀ ਦੀ ਕਿਉਂਕਿ ਇੱਕ ਭਾਸ਼ਾ ਹੈ, ਭਾਸ਼ਾ ਦੀ ਇੱਕ ਵਿਆਕਰਨ ਹੈ ਤੇ ਸਾਨੂੰ ਗੁਰਬਾਣੀ ਨੂੰ ਸਮਝਣ ਵਾਸਤੇ ਭਾਸ਼ਾ ਸਮਝਣੀ ਤੇ ਭਾਸ਼ਾ ਨੂੰ ਸਮਝਣ ਵਾਸਤੇ ਵਿਆਕਰਨ ਸਮਝਣੀ ਇਹ ਬੜੀ ਜ਼ਰੂਰੀ ਹੈ ਜੀ। ਤੇ ਸ਼ੁੱਧਤਾ ਦਾ ਖਿਆਲ ਰੱਖਣਾ, ਮਤਲਬ ਪਾਠਾਂ ਦੀ ਸ਼ੁੱਧਤਾ ਦਾ ਖਿਆਲ ਰੱਖਣਾ ਇਹ ਵੀ ਸਾਡਾ ਫਰਜ਼ ਹੈ ਜੀ। ਪੁਰਾਤਨ ਸਮੇਂ 'ਚ ਜਿਹੜੇ ਗੁਰਸਿੱਖ ਪਾਠ ਕਰਦੇ ਸੀਗੇ ਉਹ ਆਖਰੀ ਅੱਖਰ ਨੂੰ ਲੱਗੀ ਸਿਹਾਰੀ
ਔਰ ਆਖਰੀ ਅੱਖਰ ਨੂੰ ਲੱਗਿਆ ਔਂਕੜ, ਬੜੇ ਸੂਖਮ ਢੰਗ ਦੇ ਨਾਲ ਬੋਲਦੇ ਸੀ। ਅੱਜ ਵੀ ਜਿਹੜੇ ਕਈ ਹੈਗੀਆਂ ਜਿਹੜੀਆਂ ਬੋਲਦੇ ਨੇ, ਸੰਸਥਾਵਾਂ ਬੋਲਦੀਆਂ ਨੇ, ਜਥੇਬੰਦੀਆਂ ਜਾਂ ਅੱਜ ਵੀ ਜਿਹੜੇ ਹੈਗੇ ਨੇ ਉਹ ਸਿਹਾਰੀ ਔਰ ਆਖਰੀ ਅੱਖਰ ਨੂੰ ਬੁਲਾਉਂਦੇ ਲੱਗਿਆ ਨੇ। ਮੁਕਤਾ। ਲੇਕਿਨ ਇਹਦੇ ਵਿੱਚ ਹੁਣ ਜੇ ਆਪਾਂ ਕਰੀਏ ਕਿ ਜਿਵੇਂ 3 ਸ਼ਬਦ ਮੈਂ ਆਪ ਜੀ ਦੇ ਨਾਲ ਸਾਂਝੇ ਲੱਗਾ ਕਰਨ, ਕੋਟ ਕੋਟ ਕੋਟ, ਇੱਕ ਟੈਂਕ ਇਹਨੂੰ ਸਿਹਾਰੀ ਆ, ਇੱਕ ਮੁਕਤਾ ਟੈਂਕ ਆ, ਇੱਕ ਟੈਂਕ ਨੂੰ ਔਂਕੜ ਆ। ਇਹ ਇੱਥੇ ਬੁਲਾਵਾਂਗੇ ਜਾਂ ਇਹਦਾ ਮੀਨਿੰਗ ਸਮਝਾਂਗੇ? ਦੇਖੋ ਜਿਵੇਂ ਕੋਟ ਸਿਹਾਰੀ ਲੱਗੀ ਆ, ਕੋਟ ਜੇ ਸਿਹਾਰੀ ਅਸੀਂ ਨਹੀਂ ਹੈ ਕੋਟੇ ਲਾਵਾਂਗੇ ਜਾਂ ਕੋਟੇ ਨਹੀਂ, ਕਿਉਂਕਿ ਆਪ ਜੀ ਨੇ ਕਿਹਾ ਕਿ ਕਈ ਐਸੀਆਂ ਹੈਗੀਆਂ ਕਿ ਜਿਹੜੀਆਂ ਬੁਲਾਉਂਦੀਆਂ ਨੇ। ਮੈਂ ਤੁਹਾਨੂੰ ਬੁਲਾ ਕੇ ਦੱਸਦਾ ਜੀ। ਜੀ ਕੋਟ ਕੋਟ ਕੋਟ, ਅੱਛਾ, ਔਂਕੜ ਵੀ ਬੋਲਿਆ, ਥੋੜੀ ਜਿਹੀ ਉਹਦੀ ਸਿਹਾਰੀ ਵੀ ਆਵਾਜ਼ ਆਉਣੀ ਚਾਹੀਦੀ ਹੈ। ਹਾਂ, ਨਾ ਮਾਤਰ ਜੀ ਪੰਕਤੀ ਹੈ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਈ। ਇੱਥੇ ਵੀ ਇਹੀ ਸੇਮ ਹੈ, ਸਿਹਾਰੀ ਹੈ। ਬਿਲਕੁਲ, ਆਹਰ 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 ਬੋਲਦੀਆਂ ਨੇ। ਠੀਕ ਹੈ, ਪਰ ਇੱਥੇ ਮੀਨਿੰਗ ਬਦਲ ਜਾਂਦਾ ਹੈ ਕਿ ਉਹ ਆਪਾਂ ਦੋਵੇਂ ਚੀਜ਼ਾਂ ਕਰਨੀ, ਕਿ ਬੁਲਾਉਣੀ ਵੀ ਹੈ ਔਰ ਆਹਰ ਸਭ ਕਰਦਾ ਫਿਰੈ। ਇੱਥੇ ਬਹੁਤੇ ਆਹਰਾਂ ਦੀ ਗੱਲ ਹੈ ਕਿ ਬੰਦਾ ਕੰਮ ਬਹੁਤ ਕਰਦਾ ਫਿਰਦਾ। ਆਹਰ ਇੱਕ ਨਾ ਹੋਏ, ਇੱਥੇ ਸਿੰਗੂਲਰ ਹੈ ਕਿ ਇੱਕ ਕੰਮ ਨਹੀਂ ਉਹਦੇ ਤੋਂ ਹੁੰਦਾ। ਜਿਤ ਆਹਰ ਜਗ ਉਧਰੈ, ਜਿਹੜੇ ਕੰਮ ਦੇ ਨਾਲ ਉਹਦਾ ਉਧਾਰ ਹੋਣਾ, ਵਿਰਲਾ ਬੁੱਝੈ ਕੋਈ, ਉਹਨੂੰ ਵਿਰਲਾ ਸਮਝਦਾ। ਬਿਲਕੁਲ, ਜਿਵੇਂ ਕਿ ਸਿਹਾਰੀ ਆ, ਉਹਦੇ ਜੇ ਆਪਾਂ ਗੁਰਬਾਣੀ ਦੇ ਕਾਰਕ ਦੇ ਪਿੱਛੇ ਜਾਂਦੇ ਆ, ਉਹਦੇ ਵੱਖਰੇ ਵੱਖਰੇ ਮਤਲਬ ਬਣ ਜਾਂਦੇ ਜੀ। ਕਿਤੇ ਵਿੱਚ ਹੈ, ਕਿਤੇ ਨਾਲ ਆ, ਕਿਤੇ ਦਾ ਆ, ਕਿਤੇ ਦੀ ਆ। ਇਸ ਤਰ੍ਹਾਂ ਦੇ ਉਹ ਚੀਜ਼ਾਂ ਜਿਹੜੀਆਂ ਬਣ ਜਾਂਦੀਆਂ ਨੇ। ਲਗਾ ਮਾਤਰਾ ਦੀ ਲਗਾ ਮਾਤਰਾ ਜਿਹੜੀ ਹੈ ਜੀ, ਹਰ ਭਾਸ਼ਾ ਦੇ ਵਿੱਚ ਹੀ ਹੈ। ਆਪ ਜੀ ਦਾ ਮਤਲਬ ਇਹ ਕਹਿਣਾ ਕਿ ਉਹਨੂੰ ਥੋੜਾ ਜਿਹਾ, ਜਿਵੇਂ ਕਿ ਅਸੀਂ ਸਿਹਾਰੀ ਨੂੰ ਥੋੜਾ ਜਿਹਾ ਟੱਚ ਦੇ ਕੇ ਬੁਲਾਈਏ। ਹਾਂ, ਮਤਲਬ ਜੇ ਤੁਸੀਂ ਬੁਲਾ ਸਕਦੇ ਹੋ, ਮਤਲਬ ਬੁਲਾ ਸਕਦੇ ਹੋ ਤਾਂ ਬੁਲਾਉਣੀ ਚਾਹੀਦੀ ਹੈ। ਠੀਕ ਹੈ ਜੀ, ਕੋਸ਼ਿਸ਼ ਕਰੋ। ਕਿਉਂਕਿ ਕਈ ਵਾਰੀ ਨਾ ਦੁਬਿਧਾ ਚ ਪੈ ਜਾਂਦੇ ਨੇ ਪਾਠ, ਜਿਹੜੇ ਪਾਠੀ ਇਸ ਵੇਲੇ ਸੰਥਿਆ ਦੇ ਵੀ ਰਹੇ ਨੇ ਜਾਂ ਸੰਥਿਆ ਲੈ ਵੀ ਰਹੇ ਨੇ, ਤੇ ਉਹ ਕਹਿੰਦੇ ਜੀ ਕਈ ਵਾਰੀ ਆਪਾਂ ਕੋਟੇ ਕੋਟੇ ਨਹੀਂ, ਕੋਟੇ ਨਹੀਂ, ਫਿਰ ਉਹਦੇ ਵਿੱਚ ਥੋੜਾ ਜਿਹਾ ਉਹ ਤਾਂ ਲਾਵਾਂ ਹੋ ਜਾਂਦੀ, ਆਵਾਜ਼ ਦਾ ਫਰਕ ਪੈ ਗਿਆ। ਜੇ ਕੋਟੇ ਕਵਾਂਗੇ ਉਹ ਲਾਵਾਂ ਹੋ ਜਾਂਦੀ। ਠੀਕ ਹੈ ਜੀ, ਕੋਟ 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 ਕੋਟ, ਥੋੜਾ ਜਿਹਾ ਟੱਚ ਕਰਨਾ ਬਸ। ਆਹਰ ਆਹ ਆਹਰ ਆਹਰ ਜੀ ਵੀ ਥੋੜੀ ਜੀ ਠੀਕ ਹੈ ਹੁੰਦੀ ਹੈ। ਆਹਰ ਆਹਰ, ਠੀਕ ਹੈ, ਆਹਰ। ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਆਪਾਂ ਸਾਰਿਆਂ ਨੇ ਬਣਾਏ ਹੋਏ ਨੇ। ਇਸ ਵੇਲੇ ਜੇ ਕੋਈ ਧੜਾ ਇੱਕ ਹੋਰ ਉੱਠ ਖੜਦਾ ਆ ਤੇ ਉਹ ਆਪਣਾ ਗੁਰਦੁਆਰਾ ਸਾਹਿਬ ਖੋਲ ਲੈਂਦੇ ਨੇ। ਇੱਥੇ ਵੀ ਇਦਾਂ ਹੀ ਆ, ਸਾਰੀ ਵਰਲਡ ਵਾਈਡ ਇਹੀ ਚੀਜ਼ ਆ। ਉੱਥੇ ਸਾਨੂੰ ਕੀ ਕਰਨਾ ਚਾਹੀਦਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੀ ਸੋਹਣੀ ਇੱਕ ਮੁਹਿੰਮ ਸ਼ੁਰੂ ਕੀਤੀ ਪਿਛਲੇ ਸਮਿਆਂ ਦੇ ਵਿੱਚ ਕਿ ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ। ਠੀਕ ਹੈ, ਔਰ ਬਹੁਤ ਸਾਰੇ ਪਿੰਡਾਂ ਨੇ ਇਸ ਮੁਹਿੰਮ ਨੂੰ ਹੁੰਗਾਰਾ ਵੀ ਦਿੱਤਾ ਜੀ। 2 ਗੁਰਦੁਆਰਾ ਸਾਹਿਬ ਸੀ, ਉਹਨਾਂ ਨੇ ਇੱਕ ਕਰਨ ਦਾ ਯਤਨ ਕੀਤਾ, ਔਰ ਜਿਨ੍ਹਾਂ ਪਿੰਡ ਵਾਲਿਆਂ ਨੇ ਇੱਕ ਗੁਰਦੁਆਰਾ ਸਾਹਿਬ ਕੀਤਾ ਤੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਪਰੀਸ਼ੀਏਟ ਵੀ ਕੀਤਾ, ਫਾਈਨੈਂਸ਼ੀਅਲੀ ਮਦਦ ਵੀ ਦਿੱਤੀ ਜੀ। ਤੇ ਕਈ ਪਿੰਡ ਇਹੋ ਜਿਹੇ ਵੀ ਹੈਗੇ ਜਿੱਥੇ ਜੇ 2 ਸੀ ਤਾਂ 3 ਹੋ ਗਏ, 3 ਸੀ ਤਾਂ 4 ਹੋ ਗਏ। ਮੈਂ ਸਮਝਦਾ ਕਿ ਬਹੁਤੇ ਗੁਰਦੁਆਰਿਆਂ ਦੀ ਜਾਂ ਬਹੁਤੀਆਂ ਗੁਰਦੁਆਰਾ ਸਾਹਿਬਾਨ ਦੀਆਂ ਬਿਲਡਿੰਗਾਂ ਦੀ ਜਿਹੜੀ ਹੈ ਉਹ ਜ਼ਰੂਰਤ ਨਹੀਂ ਹੈ। ਸੰਗਤ ਦੀ ਸਹੂਲਤ ਹੈ ਜੀ। ਜੇ ਸੰਗਤ ਨੂੰ ਲੱਗਦਾ ਹੈ ਕਿ ਇੱਥੇ ਗੁਰਦੁਆਰਾ ਸਾਹਿਬ ਦੀ ਜ਼ਰੂਰਤ ਹੈ ਤਾਂ ਬਣਨਾ ਵੀ ਚਾਹੀਦਾ ਹੈ ਜੀ। ਇੱਕ ਜ਼ਰੂਰਤ ਦੇ ਮੁਤਾਬਕ ਬਣਨਾ ਚਾਹੀਦਾ। ਜ਼ਰੂਰਤ ਦੇ ਮੁਤਾਬਕ, ਲੇਕਿਨ ਨਾ ਕਿ ਕੋਈ ਝਗੜੇ ਦੇ ਝਗੜੇ ਦੇ ਇਵਜ਼ ਦੇ ਵਿੱਚ ਦੂਸਰੇ ਗੁਰਦੁਆਰਾ ਦਾ ਨਿਰਮਾਣ ਕਰ ਲੈਣਾ, ਜਾਂ ਇੱਕ ਗੁਰਦੁਆਰਾ ਸਾਹਿਬ ਇੱਥੇ ਹੈ 500 ਮੀਟਰ ਦੀ ਦੂਰੀ ਤੇ ਦੂਜਾ ਗੁਰਦੁਆਰਾ ਸਾਹਿਬ ਬਣਾ ਲੈਣਾ, ਮੈਨੂੰ ਲੱਗਦਾ ਕਿ ਠੀਕ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਇੱਕ ਹੈ, ਅਸੀਂ ਤੁਸੀਂ ਰਲ ਕੇ ਸਭ ਨੇ ਗੁਰਦੁਆਰਿਆਂ ਦੇ ਨਾਮ, ਜ਼ਾਤੀਵਾਦ, ਇਹ ਵੀ ਪਰੰਪਰਾ ਗਲਤ ਹੈ ਜੀ। ਕਿਉਂਕਿ ਸਿੱਖ ਧਰਮ ਜਿਹੜਾ ਹੈਗਾ ਸਿਧਾਂਤਕ ਤੌਰ ਤੇ ਜਾਤੀਵਾਦ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਜੀ। ਗੁਰੂ ਨਾਨਕ ਸਾਹਿਬ ਨੇ ਤਾਂ ਤੀਲਾ ਤੀਲਾ ਇਕੱਠੇ ਹੋਏ ਸਮਾਜ ਨੂੰ ਇਕੱਠਿਆਂ ਕਰਕੇ ਇੱਕ ਮੁੱਠ ਕੀਤਾ ਸੀ ਜੀ। ਅਸੀਂ ਫਿਰ ਤੀਲਾ ਤੀਲਾ ਹੋਣ ਵੱਲ ਵਧ ਰਹੇ ਹਾਂ ਜੀ। ਪਹਿਲਾਂ ਅਸੀਂ ਕਾਸਤਾਂ ਵੱਖਰੀਆਂ ਵੱਖਰੀਆਂ ਕਰ ਲਈਆਂ ਜੀ, ਫਿਰ ਅਸੀਂ ਗੁਰਦੁਆਰਾ ਸਾਹਿਬ ਵੱਖਰੇ ਵੱਖਰੇ ਕਰ ਲਏ ਜੀ, ਤੇ ਹੁਣ ਪਿਛਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਕੋਸ਼ਿਸ਼ ਹੋਈ ਕਿ ਗ੍ਰੰਥ ਵੱਖਰੇ ਵੱਖਰੇ ਕਰ ਲਈਏ। ਜੀ। ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤੇ ਜੀ ਪ੍ਰਵਿਰਤੀ ਨੂੰ ਠੱਲ ਪਈ ਹੈ। ਤੁਸੀਂ ਅਖੀਰ ਦੇ ਵਿੱਚ, ਕਿਉਂਕਿ ਟਾਈਮ ਦੇ ਮੁਤਾਬਕ
ਜਿਹੜੇ ਪ੍ਰਚਾਰਕ ਕੋਈ ਇਸ ਤਰ੍ਹਾਂ ਚਲੋ ਕੋਈ ਕਰ ਵੀ ਜਾਂਦੇ ਆ, ਜਾਂ ਹੁਣ ਕਈ ਪ੍ਰਚਾਰਕ ਇਸ ਤਰ੍ਹਾਂ ਵੀ ਸੁਣਿਆ ਕਿ ਬਾਣੀ ਧੁਰਦੀ ਨਹੀਂਗੀ, ਜਾਂ ਕਈ ਪ੍ਰਚਾਰਕਾਂ ਤੋਂ ਇਹ ਵੀ ਸੁਣਿਆ ਕਿ ਧਰਮਰਾਜ ਇਹ ਹੈ ਨਹੀਂਗਾ, ਜਾਂ ਕਈ ਪ੍ਰਚਾਰਕਾਂ ਤੋਂ ਅਸੀਂ ਇਹ ਵੀ, ਉਹਨਾਂ ਪ੍ਰਚਾਰਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਕੁਝ ਤਾਂ ਅੱਜ ਕੱਲ੍ਹ ਨੈਗੇਟਿਵਿਟੀ ਜਿਹੜੀ ਹੈ ਨਾ ਜੀ ਬੜੀ ਤੇਜ਼ੀ ਨਾਲ ਫੈਲਦੀ ਹੈ, ਤੇ ਕਈ ਤਾਂ ਇਸ ਚੱਕਰ 'ਚ ਹੀ ਵੀ ਪ੍ਰਸਿੱਧੀ ਪ੍ਰਾਪਤ ਹੋ ਜਾਏ ਤੇ ਕੁਝ ਨੈਗੇਟਿਵ ਗੱਲ ਕਰਕੇ ਤੇ ਉਹਨੂੰ ਜਿਹੜਾ ਪਪੂਲੈਰਿਟੀ ਲੈਣ ਦਾ ਯਤਨ ਕਰਦੇ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਸਾਡੀ ਗੰਭੀਰ ਸਟੱਡੀ ਹੋਣੀ ਚਾਹੀਦੀ ਹੈ ਵਿਸ਼ੇ ਦੇ ਉੱਤੇ ਜਿਹਦੇ ਤੇ ਤੁਸੀਂ ਗੱਲ ਕਰਨੀ ਹੈ। ਠੀਕ ਹੈ ਜੀ। ਤੇ ਇਸ ਤਰ੍ਹਾਂ ਦੀ ਗੱਲ ਹੈ। ਅਗਰ ਕੋਈ ਵੀ ਚੈਨਲ ਨਿਊਜ਼ ਦੇ ਤੌਰ ਤੇ ਕੋਈ ਕਵਰਿੰਗ ਕਰਦਾ ਕਿਸੇ ਪਾਸੇ, ਚਾਹੇ ਉਹ ਬੰਦਾ ਕਿਸੇ ਪਾਰਟੀ ਨਾਲ ਸੰਬੰਧਿਤ ਹੈ, ਚਾਹੇ ਕੁਝ ਵੀ ਹੈ, ਅਗਰ ਕੋਈ ਚੈਨਲ ਨਿਊਜ਼ ਦੇ ਤੌਰ ਤੇ ਜਾਂਦਾ, ਤੁਸੀਂ ਕੀ ਕਹਿਣਾ ਚਾਹੋਗੇ? ਕਿਸ ਤਰ੍ਹਾਂ ਜੀ? ਕਿਉਂਕਿ ਸਾਡੇ 4 ਚੈਨਲ ਇਸ ਵੇਲੇ ਸਨਮਾਨਯੋਗ ਹੈ, ਸਾਰੇ ਚੈਨਲ। ਕੋਈ ਚੈਨਲ ਕੋਈ ਨਿਊਜ਼ ਦਿੰਦਾ ਕਿਸੇ ਬੰਦੇ ਦੀ, ਉਹਨੂੰ ਤੁਸੀਂ ਕਿਸੇ ਪਾਰਟੀ ਵਿੱਚ ਲੈ ਜਾਂਦੇ ਹੋ, ਜਾਂ ਉਹ ਤਾਂ ਇੱਕ ਨਿਊਜ਼ ਦੇ ਤੌਰ ਤੇ ਕਵਰ ਕਰ ਰਿਹਾ ਵਾ, ਤੇ ਇਸ ਬਾਰੇ ਤੁਸੀਂ? ਮੈਨੂੰ ਤਾਂ ਇਹਦੇ ਬਾਰੇ ਨਹੀਂ ਕੋਈ ਬਹੁਤਾ ਪਤਾ ਹੈ, ਕਿਉਂਕਿ ਇਹ ਤਾਂ ਚੈਨਲਾਂ ਦਾ ਆਪਸੀ ਉਹ ਮਸਲਾ ਹੈਗਾ, ਜਾਂ ਪਬਲਿਕ ਕਿੱਦਾਂ ਦੇਖਦੀ ਹੈ। ਤੇ ਪਰ ਮੈਂ ਸਮਝਦਾ ਕਿ ਜਿਹੜੇ ਚੈਨਲ ਨੇ ਆਪਣਾ ਇੱਕ ਥੀਮ ਬਣਾਇਆ ਜੀ, ਜਾਂ ਜਿਸ ਚੈਨਲ ਨੇ ਆਪਣਾ ਇੱਕ ਏਜੰਡਾ ਬਣਾ ਲਿਆ ਕਿ ਮੈਂ ਇਸ ਏਜੰਡੇ ਦੇ ਤਹਿਤ ਹੀ ਚੱਲਣਾ ਹੈ ਜੀ, ਮੈਂ ਗੁਰਬਾਣੀ ਪ੍ਰਚਾਰ ਪ੍ਰਸਾਰ ਹੀ ਕਰਨਾ ਹੈ, ਮੈਂ ਨਿਊਜ਼ ਹੀ ਦਿਖਾਣੀ ਹੈ ਜੀ, ਮੈਂ ਫਿਲਮਾਂ ਹੀ ਦਿਖਾਣੀਆਂ ਜੀ, ਮੈਂ ਪ੍ਰੋਗਰਾਮ ਹੀ ਦਿਖਾਣੇ, ਤੇ ਉਹਨਾਂ ਨੂੰ ਆਪਣੇ ਆਪਣੇ ਏਜੰਡੇ ਦੇ ਉੱਤੇ ਕਾਇਮ ਰਹਿਣਾ ਚਾਹੀਦਾ। ਤੇ ਆਪਾਂ ਕਿਉਂਕਿ ਟਾਈਮ ਦੇ ਮੁਤਾਬਕ ਚੱਲੀਏ, ਕਿ ਅਖੀਰ ਦੇ ਵਿੱਚ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਕਿ ਅਸੀਂ ਪੰਥ ਦੇ ਵਿੱਚ ਜਿਹੜਾ ਆਪਣਾ ਤੁਸੀਂ ਅਕਾਲ ਤਖਤ ਸਾਹਿਬ ਦੇ ਵੱਲੋਂ ਕੀ ਤੁਸੀਂ ਜਿਹੜਾ ਇੱਕ ਸੁਨੇਹਾ ਹੈਗਾ, ਆਪਣਾ ਮੈਸੇਜ ਦੇਣਾ ਚਾਹੋਗੇ ਕਿ ਪੰਥ ਜਿਹਦੇ ਨਾਲ ਏਕਤਾ ਵੱਲ ਨੂੰ ਆਵੇ? ਬਸ ਇਹੀ ਹੈ ਕਿ ਇਕੱਠੇ ਹੋ ਕੇ ਬੈਠੀਏ ਆਪਾਂ, ਆਓ ਬੈਠੋ, ਗੱਲਬਾਤ ਕਰੋ, ਸਾਨੂੰ ਦੱਸੋ ਕਿ ਜਿਹੜੇ ਸਾਡੇ ਇਸ਼ੂ ਨੇ ਕਿਵੇਂ ਹੱਲ ਹੋ ਸਕਦੇ ਨੇ ਜੀ। ਸਾਨੂੰ ਸੁਝਾਵਾਂ ਦੀ ਹਮੇਸ਼ਾ ਹੀ ਜਿਹੜੀ ਹੈ ਉਹ ਲੋੜ ਹੈ। ਠੀਕ ਹੈ। ਅਸੀਂ ਕੌਮੀ ਜਿਹੜੇ ਸਾਡੇ ਪਰਵਾਨੇ ਨੇ, ਕੌਮ ਲਈ ਜੂਝਦੇ ਨੇ, ਨੌਜਵਾਨ ਹੈ, ਬਜ਼ੁਰਗ ਹੈ, ਜਿਨ੍ਹਾਂ ਨੇ ਲੰਮਾ ਸਮਾਂ ਸੰਘਰਸ਼ ਵੀ ਆਪਣੇ ਪਿੰਡਾਂ ਦੇ ਉੱਤੇ ਹੰਢਾਇਆ ਜੀ, ਉਹਨਾਂ ਨੂੰ ਇਹੋ ਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਇਕੱਠੇ ਹੋ ਕੇ ਬੈਠੀਏ ਜੀ, ਤੇ ਤੁਸੀਂ ਦੱਸੋ ਕਿ ਇਹ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ, ਕਿਵੇਂ ਹੋਣਾ ਚਾਹੀਦਾ ਹੈ, ਪਰਿਸਥਿਤੀਆਂ ਦੇ ਇਹਨਾਂ ਹਾਲਾਤਾਂ ਦੇ ਮੁਤਾਬਕ ਕਿਸ ਤਰ੍ਹਾਂ ਅਸੀਂ ਕਰ ਸਕਦੇ ਹਾਂ ਜੀ, ਆਪਣੀ ਸਮਰੱਥਾ ਦੇ ਦਾਇਰੇ ਦੇ ਵਿੱਚ ਅਸੀਂ ਇਸ ਨੂੰ ਕਿਵੇਂ ਹੈਂਡਲ ਕਰ ਸਕਦੇ ਹਾਂ, ਕਿਵੇਂ ਹੈਂਡਲ ਕਰ ਸਕਦੇ ਹਾਂ। ਸੁਝਾਅ ਦਿਓ ਸਾਨੂੰ, ਫਿਰ ਅਸੀਂ ਉਹਦੇ ਤੇ ਵਿਚਾਰ ਕਰੀਏ। ਜਿਵੇਂ ਆਪ ਜੀ ਨੇ ਵਿਚਾਰ ਕੀਤੀ ਹੈ ਕਿ ਮਤਭੇਦ ਜਿਹੜੇ ਆ ਉਹ ਵੀ ਸਾਨੂੰ ਆਪਸ ਵਿੱਚ ਬੈਠ ਕੇ ਸੁਲਝਾ ਲੈਣੇ ਚਾਹੀਦੇ ਆ। ਅਗਰ ਅਕਾਲ ਤਖਤ ਸਾਹਿਬ ਤੋਂ ਕੋਈ ਸਾਨੂੰ ਕੋਈ ਸੁਨੇਹਾ ਜਾਂਦਾ ਆ ਤੇ ਸਾਨੂੰ ਜ਼ਰੂਰ ਭੇਜਿਆ ਜਾਣਾ ਚਾਹੀਦਾ, ਨਿਮਰਤਾ ਦੇ ਵਿੱਚ ਜਾਣਾ ਚਾਹੀਦਾ ਆ। ਅਖੀਰ ਦੇ ਵਿੱਚ ਸਿੱਖ ਚੈਨਲ ਜਿਹੜਾ ਉਹ ਇਸ ਵੇਲੇ ਵਰਲਡ ਵਾਈਡ ਪ੍ਰਚਾਰ ਕਰ ਰਿਹਾ ਜੀ ਸਿੱਖੀ ਦਾ, ਤੇ ਸਿੱਖ ਚੈਨਲ ਬਾਰੇ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਅੱਗੇ ਅਰਦਾਸ, ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਸਿੱਖ ਚੈਨਲ ਹੈ, ਕੋਈ ਵੀ ਅਦਾਰਾ ਹੈ, ਵਾਹਿਗੁਰੂ ਉਹਨੂੰ ਕਾਮਯਾਬੀ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੋ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਜੁੜੇ ਸਨ, ਤੇ ਉਹਨਾਂ ਨੇ ਜੋ ਵਿਚਾਰ ਦਿੱਤੇ ਨੇ ਉਹ ਅਸੀਂ ਸਿੱਖ ਚੈਨਲ ਦੇ ਰਾਹੀਂ ਤੁਹਾਡੇ ਸਾਹਮਣੇ ਪੇਸ਼ ਕੀਤੇ ਨੇ। ਉਹਨਾਂ ਦੇ ਆਪਣੇ ਵਿਚਾਰ ਨੇ। ਸੋ ਤੁਸੀਂ ਜੁੜਦੇ ਰਹੋ ਸਿੱਖ ਚੈਨਲ ਦੇ ਨਾਲ। ਸਿੱਖ ਚੈਨਲ ਤੁਹਾਡਾ ਆਪਣਾ ਚੈਨਲ ਹੈ ਜੀ। ਇਸ ਤਰ੍ਹਾਂ ਦੇ ਪ੍ਰੋਗਰਾਮ ਅਸੀਂ ਜ਼ਰੂਰ ਲੈ ਕੇ ਆਵਾਂਗੇ। ਇੱਕ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸਿੱਖ ਚੈਨਲ ਜਿਹੜਾ ਵਚਨਬੱਧ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਹੁੰਦਾ ਰਹੇਗਾ। ਜਿਵੇਂ ਪਾਕਿਸਤਾਨ ਦੇ ਵਿੱਚ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਿਆ, ਬਾਣੀ ਨਾਲ ਜੋੜਿਆ, ਤੇ ਇਵੇਂ ਅਸੀਂ ਜੋੜਦੇ ਰਵਾਂਗੇ। ਹੁਣ ਆਓ ਬੁਲਾਓ ਫਤਿਹ ਜੀ। ਕੋਈ ਬੋਲਦਿਆਂ ਭੁੱਲ ਚੁੱਕ ਹੋ ਗਈ ਹੋਵੇ, ਖਿਮਾ ਆਪ ਜੀ ਪਾਸੋਂ ਮੰਗਦੇ ਹਾਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।